ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਉ ਕਹਿ ਕਰਹਿ ਕਹਾ ਵਿਖੈ, ਭਇਓ ਗਿਆਨ ਅਦੋਤ। ਵਿਖੈ ਸੰਗ ਮਤ ਭੰਗ ਹੋਇ, ਗਿਆਨ ਸਿਥਲਤਾ ਹੋਤ। ਜਿਉ ਕਹਿ ਕਰਹਿ ਕਹਾ ਵਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਹਿ ਕਰੇ ਕਹਾਂ ਵਿਖੈ। ਪਿਛਲਾ ਜਿਹੜਾ ਦੋਹਰਾ ਸੀ ਉਹ ਕਿਤੇ ਕਾਰਜ ਵਿੱਚ ਜਾਣੇ ਕਰਕੇ ਉਹਦਾ ਦੱਸਿਆ ਨਹੀਂ ਸੀ। ਪਾਠਾਂ ਦਾ ਜਾਣਿਓ ਅਬਿਨਾਸੀ ਅਜਰ ਅਦਵੈ ਰੂਪ ਅਪਾਰ, ਜਗ ਆਸਕਤ ਨਾ ਸੰਭਵੈ। ਉਹਦੇ ਵਿੱਚ ਅਸਾਕਤ ਪਾਠ ਜਿਹੜਾ ਦੇ ਤੱਤੇ ਨੂੰ ਸਿਆਰੀ ਹੈ, ਬਾਕੀ ਪਾਠ ਸਾਰੇ ਸ਼ੋਧੀ ਹੈ। ਜੋ ਕਹਿ ਕਰਹਿ ਕਹਾਂ ਵਿਖੈ। ਐ ਸਿੱਖ ਜੋ ਕਹੀਏ ਜੇ ਤੂੰ ਇਹ ਕਹਿ ਕਹੀਏ ਕਹੀਂ ਕਿ ਮੇਰੇ ਹਿਰਦੇ ਵਿੱਚ ਗਿਆਨ ਅਦੋਤ ਕਹੀਏ ਪ੍ਰਗਟ ਹੋ ਗਿਆ ਹੈ। ਹੁਣ ਵਿਸ਼ੇ ਵਿਕਾਰ ਮੈਨੂੰ ਕਹਾਂ, ਵਿਖੇ ਦਾ ਅਰਥ ਵਿਸ਼ੇ ਵਿਕਾਰ। ਹੁਣ ਵਿਸ਼ੇ ਵਿਕਾਰ ਮੈਨੂੰ ਕਹਾਂ ਕੀ ਕਰ ਸਕਦੇ ਹਨ, ਭਾਵ ਕੁਝ ਨਹੀਂ ਕਰ ਸਕਦੇ, ਤਾਂ ਇਹ ਗੱਲ ਠੀਕ ਨਹੀਂ। ਜੋ ਕਹਿ ਕਰਹਿ ਕਹਾ ਵਿਖੈ। ਜੋ ਦਾ ਅਰਥ ਜੇਕਰ ਜਾਂ ਜੇ, ਕਹਿ ਦਾ ਅਰਥ ਕਹਿਣਾ ਤੇ ਕਰੇ ਦਾ ਅਰਥ ਕਰ, ਕਹਾ ਦਾ ਅਰਥ ਕੀ, ਵਿਖੇ ਦਾ ਅਰਥ ਵਿਸ਼ੇ, ਗਿਆਨ ਦਾ ਅਰਥ ਗਿਆਨ ਹੀ ਹੈ, ਆਤਮ ਗਿਆਨ। ਅਦੋਤ ਦਾ ਅਰਥ ਪ੍ਰਗਟ, ਭਇਓ ਦਾ ਅਰਥ ਹੋ ਗਿਆ, ਹੋਇਆ ਜਾਂ ਹੋਵੇ। ਜੋ ਕਹਿ ਕਰਹਿ ਕਹਾਂ ਵਿਖੈ। ਹੇ ਸੇਵਕ ਸਿੱਖ, ਜਾਓ ਕਹੀਏ ਜੇਕਰ ਤੂੰ ਇਸ ਤਰ੍ਹਾਂ ਕਹਿਣਾ ਕਰੇ ਕਿ ਵਿਸ਼ੇ ਜਿਹੜੇ ਆ, ਵਿਖੇ ਕਹੀਏ ਵਿਸ਼ੇ ਜਿਹੜੇ ਆ ਉਹ ਮੇਰਾ ਕਹਾ ਕਹੀਏ ਕੀ ਵਿਗਾੜ, ਕਰਹਿ ਕਹੀਏ ਕਰ ਦੇਣਗੇ, ਕਿਉਂਕਿ ਮੈਂ ਤੇ ਹੁਣ ਗਿਆਨਵਾਨ ਹੋ ਗਿਆ, ਆਤਮ ਗਿਆਨੀ ਹੋ ਗਿਆ। ਮੈਨੂੰ ਤੇ ਗਿਆਨ ਅਦੋਤ ਗਿਆਨ ਮੇਰੇ ਹਿਰਦੇ ਵਿੱਚ ਪ੍ਰਗਟ ਹੋਇਆ, ਭਇਓ ਕਹੀਏ ਹੋ ਗਿਆ ਹੈ। ਵਿਖੈ ਸੰਗ ਮਤ ਭੰਗ ਹੋਇ, ਕਿਉਂਕਿ ਵਿਸ਼ਿਆਂ ਦੀ ਸੰਗ ਕਹੀਏ ਸੰਗਤ ਨਾਲ, ਅਥਵਾ ਵਿਸ਼ਿਆਂ ਸਦਕਾ ਮਤ ਜਿਹੜੀ ਹੈ ਨਾ ਸਿੱਖ ਭੰਗ ਕਹੀਏ ਨਾਸ ਹੋ ਜਾਂਦੀ ਹੈ, ਬੁੱਧੀ ਨਾਸ ਹੋ ਜਾਂਦੀ ਹੈ। ਵਿਖੇ ਸੰਗ ਮਤ ਭੰਗ ਹੈ। ਇਹ ਸੇਵਕੋ, ਵਿਖੇ ਜਿਹੜੀ ਵਿਸ਼ੇ ਵਿਕਾਰਾਂ ਦੇ ਸੰਗ ਕਹੀਏ ਨਾਲ ਜਿਹੜੀ ਸ੍ਰੇਸ਼ਟ ਮਤ ਹੈ ਨਾ, ਆਤਮ ਵਿਸ਼ੈਣੀ ਬੁੱਧੀ ਅਕਲ ਆ, ਉਹ ਭੰਗ ਕਹੀਏ ਨਾਸ ਹੋਇਆ ਹੋ ਜਾਂਦੀ ਹੈ। ਗਿਆਨ ਸਿਥਲਤਾ ਹੋਤ, ਅਤੇ ਗਿਆਨ ਜਿਹੜਾ ਹੋਇਆ ਹੁੰਦਾ ਹੈ ਉਹ ਵੀ ਸਥਲਤਾ ਕਮਜ਼ੋਰ ਹੋ ਜਾਂਦਾ ਹੈ। ਉਹੀ ਸਥਲਤਾ ਕਮਜ਼ੋਰ ਹੋ ਜਾਂਦਾ ਹੈ। ਠੀਕ ਹੈ ਨਾ। ਫਿਰ ਗਿਆਨ ਕਮਜ਼ੋਰ ਹੋ ਜਾਂਦਾ, ਵਿਸ਼ਿਆਂ ਨਾਲ ਮਤ ਨਾਸ ਹੋ ਜਾਂਦੀ। ਜੇ ਵਿਸ਼ੇ ਆਖੀਏ ਵੀ ਮੈਨੂੰ ਤਾਂ ਗਿਆਨ ਪ੍ਰਗਟ ਹੋ ਗਿਆ, ਵਿਸ਼ੇ ਮੇਰਾ ਕੀ ਕਰ ਲੈਣਗੇ, ਭਾਵ ਮੈਂ ਵਿਸ਼ੇ ਭੋਗਾਂ। ਇਸ ਇੱਕ ਵਿਸ਼ੇ ਭੋਗਣ ਦੀ ਦੇਰ ਆ ਦੇ ਨਾਲ ਮਤ ਨਾਸ ਹੋ ਜਾਂਦੀ ਆ, ਤੇ ਗਿਆਨ ਜਿਹੜਾ ਵਾ ਉਹ ਸਿਥਲਤਾ ਕਮਜ਼ੋਰ ਹੋ ਜਾਂਦਾ। ਦੋਹਰਾ ਆਤਮ ਸੁਧ ਲਹਿਓ ਨਹੀਂ, ਜਦ ਤੱਕ ਆਤਮ ਆਪਣੇ ਆਪ ਨੂੰ, ਆਤਮ ਕਹੀਦਾ ਵਾ ਆਤਮਾ ਨੂੰ ਜਾਂ ਆਪਣੇ ਆਪ ਨੂੰ, ਆਪਣੇ ਆਪੇ ਨੂੰ, ਜਦ ਤੱਕ ਸਿੱਖ ਆਪਣੇ ਆਪ ਨੂੰ ਸ਼ੁੱਧ ਸਰੂਪ ਲਹਿਓ ਕਹੀਏ ਜਾਣਿਆ ਨਹੀਂ ਜਾਂਦਾ, ਲਹਿਓ ਦਾ ਅਰਥ ਜਾਣਿਆ ਨਹੀਂ ਜਾਂਦਾ, ਉਹਦੇ ਉਹ ਨਾ ਨਿਰਮਲ ਗਿਆਨ
ਤਦ ਤੱਕ ਜਿਹੜਾ ਨਿਰਮਲ ਸ਼ੁੱਧ ਗਿਆਨ ਹੈ ਨਾ, ਭਾਵ ਅਪਰੋਕਸ਼ ਗਿਆਨ ਹੈ, ਸਭ ਤੋਂ ਮਹਾਨ ਵਿਗਿਆਨ ਹੈ ਜਿਹਨੂੰ ਕਹਿੰਦੇ ਜਾਂ ਅਪਰੋਕਸ਼ ਗਿਆਨ ਕਹਿੰਦੇ ਆ, ਉਹ ਹਿਰਦੇ ਵਿੱਚ ਉਦਿਓ ਪੈਦਾ ਨਾ ਕਹੀਏ ਨਹੀਂ ਹੁੰਦਾ। ਉਹ ਨਹੀਂ ਨਾ ਚਿਰ ਪੈਦਾ ਹੁੰਦਾ ਜਿੰਨਾ ਚਿਰ ਸ਼ੁੱਧ ਸਰੂਪ ਨੂੰ, ਆਪਣੇ ਸਰੂਪ ਨੂੰ ਨਹੀਂ ਨਾ ਜਾਣਿਆ, ਉਦਿਓ ਨਾ ਨਿਰਮਲ ਗਿਆਨ, ਉਹਨਾਂ ਚਿਰ ਨਿਰਮਲ ਗਿਆਨ, ਅਪਰੋਕਸ਼ ਗਿਆਨ, ਆਤਮ ਗਿਆਨ ਉਦਿਓ ਪ੍ਰਗਟ ਨਹੀਂ ਹੋਇਆ ਹੁੰਦਾ। ਉਹ ਨਹੀਂ ਹੋ ਸਕਦਾ। ਮਲਨ ਵਿਖੇ ਵਿਵਹਾਰ ਰਤ, ਜਦ ਤੱਕ ਮਲਨ ਕਹੀਏ ਗੰਦੇ, ਵਿਖੇ ਕਹੀਏ ਵਿਸ਼ੇ ਵਿਕਾਰ, ਅੰਦਰ ਹਨ ਹਿਰਦੇ ਵਿੱਚ। ਮਲਨ ਵਿਖੇ ਜਦ ਤੱਕ ਗੰਦੇ ਵਿਸ਼ੇ ਵਿਕਾਰ, ਮਲਨ ਦਾ ਅਰਥ ਗੰਦੇ ਮੈਲੇ, ਵਿਖੇ ਦਾ ਅਰਥ ਵਿਸ਼ੇ ਵਿਕਾਰ। ਜਦ ਤੱਕ ਗੰਦੇ ਵਿਸ਼ੇ ਵਿਕਾਰ ਤੇ ਵਿਵਹਾਰ ਰਤ, ਸੰਸਾਰਕ ਜਿਹੜੇ ਕਾਰੋ ਵਿਹਾਰ ਧੰਦੇ ਆ, ਵਿਵਹਾਰ ਦਾ ਅਰਥ ਕਾਰ ਵਿਹਾਰ ਧੰਦੇ, ਧੰਦਿਆਂ ਵਿੱਚ ਰਤ ਕਹੀਏ ਪ੍ਰੀਤੀ ਹੈ। ਤਬ ਲਗ ਹੋਤ ਅਜਾਨ, ਤਬ ਲਗ, ਲਗ ਦਾ ਅਰਥ ਤੱਕ, ਤਬ ਦਾ ਅਰਥ ਤਦ, ਤਦੋਂ ਤੱਕ ਜੀਵ ਆਪਣੇ ਸਰੂਪ ਤੋਂ, ਆਪਣੇ ਆਪੇ ਤੋਂ, ਆਪਣੇ ਆਤਮ ਗਿਆਨ ਤੋਂ ਅਜਾਨ, ਜਾਣਨ ਤੋਂ ਰਹਿਤ ਅਣਜਾਣ ਹੀ ਹੋਤ ਹੋਇਆ ਰਹਿੰਦਾ ਹੈ। ਅਣਜਾਣ ਹੀ ਰਹਿੰਦਾ ਉਹਨਾਂ ਚਿਰ, ਜਿੰਨਾ ਚਿਰ ਜੀਵ ਮਲੀਨ ਵਿਸ਼ਿਆਂ ਵਿੱਚ ਪ੍ਰੀਤੀ ਕਰਦਾ ਨਾ, ਅਥਵਾ ਵੀ ਮਲਨ ਕੀ ਆ ਵਿਦਿਆ ਵਾ, ਵਿਸ਼ੇ ਆ, ਵਿਹਾਰ ਆ, ਵਿਸ਼ੇ ਵਿਕਾਰ ਜਿਹੜੇ ਮਲਨ ਮੈਲੇ ਹੀ ਆ, ਇਹਨਾਂ ਵਿੱਚ ਵਿਵਹਾਰਾਂ ਵਿੱਚ ਲੈਣ ਦੇਣਾ ਵਿੱਚ ਹੀ ਰਤ ਪ੍ਰੀਤੀ ਕਰਦਾ ਹੈ, ਉਹਨਾਂ ਚਿਰ ਤਦ ਲਗ, ਤਦ ਤੱਕ ਆਪਣੇ ਸਰੂਪ ਤੋਂ ਅਜਾਣ ਹੀ ਹੋਇਆ, ਹੋਰ ਕੀ ਹੋਇਆ ਰਹਿੰਦਾ ਹੈ। ਆਪਣੇ ਗਿਆਨ ਦੀ ਪ੍ਰਾਪਤੀ ਨਹੀਂ ਕਦੀ ਹੁੰਦੀ। ਸ਼ੁੱਧ ਸਰੂਪ ਨੂੰ ਇਹ ਜਾਣ ਨਹੀਂ ਸਕਦਾ ਉਹਨਾਂ ਚਿਰ, ਕਿਉਂਕਿ ਧੰਦਿਆਂ ਵਿੱਚ ਵੀ ਤਿਆਰੂ ਤੇ ਆਤਮ ਗਿਆਨ ਨਹੀਂ ਹੋ ਸਕਦਾ, ਕਿਉਂਕਿ ਕਦੋਂ ਗੁਰੂ ਦਾ ਉਪਦੇਸ਼ ਸੁਣੋ, ਕਦੋਂ ਮਤ ਆਊਗੀ, ਤੇ ਜਿੰਨਾ ਚਿਰ ਵਿਸ਼ਿਆਂ 'ਚ ਗਲਤਾਨ ਆ ਉਹਨਾਂ ਚਿਰ ਵੀ ਗਿਆਨ ਨਹੀਂ ਹੋ ਸਕਦਾ, ਕਿਉਂਕਿ ਵਿਸ਼ਿਆਂ ਵਿੱਚ ਜਿੰਨਾ ਚਿਰ ਸੁੱਖ ਮੰਨਣ ਡਿਆ, ਗੁਰੂ ਵਾਲੇ ਪਾਸੇ ਆਉਣਾ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ, ਸੇਵਾ ਕੋਈ ਹੋਣੀ ਨਹੀਂ ਹੈ, ਤੇ ਫਿਰ ਕਿੱਥੋਂ ਜਿਹੜਾ ਹੈ ਇਸ ਸਰੂਪ ਨੂੰ ਪ੍ਰਾਪਤ ਕਰ ਸਕਦਾ। ਸਰੂਪ ਨੂੰ ਪ੍ਰਾਪਤ ਕਰਾਉਣ ਵਾਲੇ ਇੱਕੋ ਇੱਕ ਗੁਰੂ ਹੀ ਹੈ, ਤੇ ਗੁਰੂ ਦਾ ਜਿੰਨਾ ਚਿਰ ਦੁਬਾਰਾ ਨਹੀਂ ਫੜਿਆ ਉਹਨਾਂ ਚਿਰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਦੋਹਰਾ ਜੋ ਪੂਰਨ ਆਤਮ ਲਹਿਓ, ਤਬ ਦੇ ਬੱਬੇ ਨੂੰ ਸਿਹਾਰੀ ਜੀ, ਤਬ ਲਗ ਹੋਤ ਅਜਾਨ। ਹਾਂਜੀ, ਜੋ ਪੂਰਨ ਆਤਮ ਲਹਿਓ, ਇਹ ਸਿੱਖ ਜੋ ਕਹੀਏ ਜੇਕਰ ਤੂੰ ਇਉਂ ਕਹੇ ਕਿ ਮੈਨੇ ਤੇ ਗੁਰੂ ਜੀ ਜਿਹੜਾ ਆਤਮ ਕਹੀਏ ਆਤਮਾ ਵਾ, ਉਸ ਆਤਮਾ ਨੂੰ ਪੂਰਨ ਕਹੀਏ ਵਿਆਪਕੀ ਬ੍ਰਹਮ ਦਾ ਸਰੂਪ ਲਹਿਓ ਕਹੀਏ ਜਾਣ ਲਿਆ ਹੈ, ਤੇ ਮੇਰੇ ਉੱਤੇ ਜਿਹੜੇ ਬੇਦ ਤੇ ਨਖੇਦ ਕਰਮ ਆ ਕਿੱਥੋਂ ਹੋ ਸਕਦੇ ਮੇਰੇ ਕੋਲੋਂ ਹੈ। ਮੈਂ ਤੇ ਆਪਣੇ ਸਰੂਪ ਨੂੰ ਵੀ ਜਾਣ ਲਿਆ, ਮੇਰਾ ਸਰੂਪ ਦੀ ਅਕਿਰਿਆ ਵਾ, ਉਹ ਤੇ ਬੇਦ ਨਖੇਦ ਕਰਮਾਂ ਵਿੱਚ ਨਹੀਂ ਪੈਂਦਾ ਹੈ। ਤਉ ਕਿੰਚਿਤ ਵਿਵਹਾਰ, ਤਉ ਦਾ ਤਾਂ ਫਿਰ ਤੂੰ, ਕਿੰਚਿਤ ਕਹੀਏ ਥੋੜੇ ਮਾਤਰ ਵਿੱਚ, ਪ੍ਰਵਿਰਤੀ ਦੇ ਜਿਹੜੇ ਵਿਵਹਾਰ ਆ ਕੰਮਾਂ ਕਾਰਾਂ ਵਿੱਚ ਖਚਿਤ ਨਾ ਹੋਵੇ। ਹਾਂਜੀ, ਜੋ ਪੂਰਨ ਆਤਮ ਲਹੇ ਸਿੱਖ, ਜੇਕਰ ਤੂੰ ਪੂਰਨ ਪਰਿਪੂਰਨ ਵਿਆਪਕ ਆਤਮਾ ਦਾ ਗਿਆਨ ਲਹਿਓ ਜਾਣ ਲਿਆ, ਤਾਂ ਕਿੰਚਿਤ ਵਿਵਹਾਰ, ਤਾਂ ਫਿਰ ਤੇ ਤੂੰ ਜਿਹੜਾ ਵਾ ਕਿੰਚਿਤ ਕਹੀਏ ਥੋੜੇ ਮਾਤਰ ਵਿੱਚ ਵੀ ਜਿਹੜਾ ਵਿਵਹਾਰ ਆ ਕੰਮਕਾਰ ਆ ਉਹਦੇ ਵਿੱਚ ਖਚਿਤ ਨਹੀਂ ਹੋ ਸਕਦਾ। ਇਹ ਥੋੜੀ ਫਿਰ ਤੂੰ ਹੋ ਸਕਦਾ ਹੈ।
ਸੋਹੰ ਜਾਨ ਸੋ ਹੋਤ ਕਿਉ। ਸੋ ਕਹੀਏ ਉਹ ਆਨੰਦ ਸਰੂਪ ਪਰਮਾਤਮਾ, ਹੰ ਕਹੀਏ ਮੈਂ। ਸੋ ਹੰ, ਸੋ ਦਾ ਅਰਥ ਉਹ, ਹੰ ਕਹੀਏ ਮੈਂ। ਭਾਵ ਉਹ ਆਨੰਦ ਸਰੂਪ ਪਰਮਾਤਮਾ ਤੇ ਮੈਂ ਸੋ ਭਾਵ ਉਹ ਤੇ ਮੈਂ ਜਾਣ ਕਹੀਏ ਜਿਸ ਨੇ ਜਾਣ ਲਿਆ ਹੈ, ਅਜਿਹਾ ਜਾਣ ਲਿਆ ਵੀ ਉਹ ਤੇ ਮੈਂ ਇੱਕ ਰੂਪ ਹੀ ਹਾਂ। ਭਾਵ ਤੂੰ ਹੀ ਉਹੀ ਹੈ। ਸੋ ਹੋਤ ਕਿਉ, ਸੋ ਕਹੀਏ ਉਹ ਮਹਾਤਮਾ ਜਿਹੜਾ ਵਾ ਕਿਉਂ ਭਲਾ ਹੁੰਦੇ ਹੈ। ਹੋਤ ਦਾ ਅਰਥ ਹੁੰਦੇ ਹਨ, ਕਿਉਂ ਦਾ ਅਰਥ ਕਿਵੇਂ। ਉਹ ਕਿਵੇਂ ਹੁੰਦੇ ਹਨ, ਭਾਵ ਜਗ ਜਨ ਦੀਨ ਪ੍ਰਕਾਰ। ਜਗ ਕਹੀਏ ਸੰਸਾਰੀ, ਜਨ ਜਿਹੜੇ ਪੁਰਖ ਆ, ਉਹ ਪੁਰਖਾਂ ਦੀ ਪ੍ਰਕਾਰ ਕਹੀਏ ਤਰ੍ਹਾਂ, ਦੀਨ ਕਹੀਏ ਦੁਖੀ। ਸੰਸਾਰ ਦੇ ਜਨਾਂ ਵਾਂਗ ਤਰ੍ਹਾਂ ਜਾਂ ਪ੍ਰਕਾਰ ਕਹੀਏ ਵਾਂਗ ਕਿਵੇਂ ਦੁਖੀ ਹੁੰਦੇ ਆ, ਜਿਨ੍ਹਾਂ ਨੇ ਸੋਹੰ ਜਾਣ ਲਿਆ। ਭਾਵ ਉਹ ਤੇ ਮੈਂ ਵੀ ਇੱਕ ਸਰੂਪ ਹੀ ਹਾਂ। ਜਿਨ੍ਹਾਂ ਨੇ ਇਹ ਜਾਣ ਲਿਆ, ਸੋ ਹੋਤ ਕਿਉਂ, ਉਹ ਕਿਵੇਂ ਭਲਾ ਵੀ ਕਿਵੇਂ ਹੋਤ ਕਹੀਏ ਹੋ ਸਕਦੇ ਆ। ਜਗ ਜਾਂ ਸੰਸਾਰ ਦੇ ਪੁਰਖਾਂ ਦੇ ਪ੍ਰਕਾਰ ਕਹੀਏ ਤਰ੍ਹਾਂ ਦੀਨ ਦੁਖੀ। ਭਾਵ ਨਹੀਂ ਹੁੰਦੇ, ਉਹ ਨਹੀਂ ਹੁੰਦੇ, ਉਹ ਨਹੀਂ ਹੋ ਸਕਦੇ ਜਿਨ੍ਹਾਂ ਨੇ ਇਸ ਤਰ੍ਹਾਂ ਜਾਣ ਲਿਆ ਹੈ। ਇੱਥੇ ਪਾਠ ਭੇਦ ਵੀ ਹੈ। ਜਗ ਦੇ ਗੱਗੇ ਨੂੰ ਸਿਹਾਰੀ ਆ ਤੇ ਬਾਕੀ ਪਾਠ ਸਾਰੇ ਲਹਿਓ ਦੇ ਹਾਹੇ ਨੂੰ ਸਿਹਾਰੀ ਹੈ ਤੇ ਜਈਆ ਪੂਰਾ ਹੋੜਾ ਹੈ। ਲਹਿਓ ਤਉ ਕਿੰਜ ਦੇ ਵਹਾ, ਇਹ ਪਾਠ ਭੇਦ ਆ। ਇੱਕ ਪਾਠ ਇਸ ਤਰ੍ਹਾਂ ਵੀ ਹੈ, ਇਸੇ ਵਿੱਚ ਜੋ ਪੂਰਨ ਆਤਮ ਲਹਿਓ। ਜੋ ਕਹੀਏ ਵੀ ਜਿਸ ਵੇਲੇ ਪੁਰਸ਼ ਨੇ, ਜੀਵ ਨੇ ਪੂਰਨ ਆਤਮ ਸਰੂਪ ਨੂੰ ਲਹਿਓ ਕਹੀਏ ਜਾਣ ਲਿਆ, ਤਉ ਕਿਉਂ ਰਤ ਵਿਵਹਾਰ। ਇਹ ਪਾਠ ਭੇਦ। ਪਹਿਲਾ ਪਾਸਾ ਕੀਤਾ ਵਾ ਵੀ ਤਉ ਕਿੰਚਿਤ ਵਿਵਹਾਰ, ਹਾਂਜੀ, ਤੇ ਦੂਸਰਾ ਪਾਠ ਹੈ ਤਉ ਕਿਉਂ ਰਤ ਵਿਵਹਾਰ। ਤਉ ਕਹੀਏ ਜਿਹਨੇ ਆਪਣੇ ਆਤਮ ਸਰੂਪ ਨੂੰ ਜਾਣ ਲਿਆ, ਤੇ ਤਉ ਕਹੀਏ ਤਿਸ ਵੇਲੇ ਉਸਦੇ ਸੰਸਾਰਕ ਵਿਵਹਾਰਾਂ 'ਚ ਪ੍ਰੀਤੀ, ਰਤ ਕਹੀਏ ਪ੍ਰੀਤੀ, ਵਿਹਾਰ ਕਹੀਏ ਕਾਰ ਵਿਹਾਰਾਂ ਵਿੱਚ, ਸੰਸਾਰਕ ਕਾਰ ਵਿਹਾਰਾਂ ਵਿੱਚ ਕਿਉਂ ਹੁੰਦੀ ਹੈ, ਜਾਂ ਕਿਉਂ ਦਾ ਅਰਥ ਵੀ ਕਿਵੇਂ ਹੁੰਦੀ ਹੈ, ਭਾਵ ਨਹੀਂ ਹੁੰਦੀ। ਜਿਹਨੇ ਆਤਮ ਸਰੂਪ ਨੂੰ ਜਾਣ ਲਿਆ, ਉਸ ਵਿੱਚ ਕੋਈ ਕਰਮ ਦੀ ਚੇਸ਼ਟਾ ਨਹੀਂ ਰਹਿ ਜਾਂਦੀ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹਿ ਕਰਮ ਹੈ ਨਾਸ। ਉਹਨਾਂ ਵਿੱਚ ਪ੍ਰੀਤੀ ਕਿਉਂ ਹੁੰਦੀ, ਭਾਵ ਨਹੀਂ ਹੁੰਦੀ। ਤੇ ਜੇ ਤੌ ਕਿੰਚਿਤ ਵਿਵਹਾਰ, ਉਹਦਾ ਅਰਥ ਇਵੇਂ ਹੋ ਜਾਂਦਾ ਕਿ ਕਿੰਚਿਤ ਜਿਹੜੇ ਤੁਛ ਮਾਤਰ ਅਥਵਾ ਨਾਮ ਮਾਤਰ ਹੀ, ਜਿਹੜੇ ਨਾ ਤੁਛ ਮਾਤਰ, ਨਾਮ ਮਾਤਰ, ਥੋੜ੍ਹੇ ਮਾਤਰ ਹੀ ਹੁੰਦੇ ਹਨ। ਭਾਵ ਆਪਣੀ ਪ੍ਰਾਲਬਧ ਜਿਹੜੀ ਆ, ਪ੍ਰਾਲਬਧ ਤੱਕ ਸਰੀਰ ਕਰਕੇ ਕਿਰਿਆਵਾਂ ਦੇ ਕਰਦੇ ਰਹਿੰਦੇ ਆ, ਪਰ ਅਸੰਗ ਰਹਿੰਦੇ ਆ, ਹੰਗਤਾ ਨਹੀਂ ਕਰਦੇ, ਕਰਤਾ ਭੁਗਤਾ ਨਹੀਂ ਬਣਦੇ। ਵਿਵਹਾਰ ਕਰਕੇ ਨਾ ਉਹ ਕਰਤਾ ਭੁਗਤ ਨਹੀਂ ਕਰਦੇ, ਉਹਦੇ ਵਿੱਚ ਪਰਿਵਰਤਨ ਨਹੀਂ ਹੁੰਦੇ। ਜਾਂ ਜਿਨ੍ਹਾਂ ਨੇ ਆਪਣੇ ਪਰਿਪੂਰਨ ਆਤਮਾ ਨੂੰ ਜਾਣ ਲਿਆ ਵਾ, ਆਪਣੇ ਸਰੂਪ ਨੂੰ ਜਾਣ ਲਿਆ, ਤਾਂ ਉਹ ਕਿੰਚਿਤ ਵਿਵਹਾਰ ਵੀ ਤਾਂ ਕਹੀਏ ਵੀ ਤਦ ਫਿਰ ਉਹਨਾਂ 'ਚ ਵਿਵਹਾਰ ਕਿਤੇ ਕਿੰਚਿਤ ਥੋੜ੍ਹਾ ਮਾਤਰ ਹੀ ਹੈ। ਉਹ ਥੋੜ੍ਹਾ ਮਾਤਰ ਵਿਵਹਾਰ ਵੀ ਕਰਕੇ ਵੀ ਅਸੰਗ ਨਿਰਲੇਪ ਰਹਿੰਦੇ। ਸਭ ਘਟ ਭੋਗਵੈ ਲਿਪਤ ਰਹਿ, ਜਿਵੇਂ ਪਰਮੇਸ਼ਰ ਦੀ ਕਥਾ ਹੈ। ਇਸ ਤਰ੍ਹਾਂ ਉਹ ਕਰਮ ਕਰਦਿਆਂ ਵੀ ਅਕਿਰਿਆਈ ਰਹਿੰਦੇ ਹਨ, ਜਿਹਨਾਂ ਨੇ ਸਰੂਪ ਨੂੰ ਜਾਣ ਲਿਆ। ਭਾਵ ਜਿਹੜਾ ਵੀ ਕਰਮ ਕਰਦੇ ਆ ਉਹ ਈਸ਼ਵਰ ਨੂੰ ਸਮਰਪਣ ਕਰਕੇ ਕਰਦੇ ਆ। ਜਿਹੜਾ ਵੀ ਕਾਰ ਵਿਹਾਰ ਕਰਦੇ ਸਰੀਰ ਵਿੱਚ ਰਹਿੰਦਿਆਂ, ਜਿਵੇਂ ਪੂਰਨ ਬ੍ਰਹਮ ਗਿਆਨੀ, ਉਹਨਾਂ ਦਾ ਕਿਸੇ ਲੇਖੇ ਦੇਖੇ 'ਚ ਕੋਈ ਵੀ ਕਾਰ ਵਿਹਾਰ ਨਹੀਂ ਆਉਂਦਾ, ਫਿਰ ਵੀ ਉਹ ਕਰਦੇ ਆ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਆਦਿ ਕਰਦੇ ਰਹੇ। ਤੇ ਉਹਨਾਂ ਨੂੰ ਜਿਹੜੀ ਆ ਕੋਈ ਪ੍ਰਵਿਰਤੀ ਨਹੀਂ ਸੀ ਕਿਸੇ ਵੀ ਚੀਜ਼ ਦੇ ਵਿੱਚ,
ਤਾਂ ਕਿਉਂ ਰਤ ਤਾਂ ਕਿਚਤ ਵੇਹਾ ਵੀ ਤਾਂ ਕਿ ਥੋੜੇ ਮਾਤਰ ਵਿਵਹਾਰ ਰਹਿੰਦੇ ਆ ਤੇ ਜਿਨ੍ਹਾਂ ਨੇ ਆਪਣੇ ਆਤਮ ਨੂੰ ਜਾਣ ਲਿਆ ਹੈ ਨਾ ਮਾਤਰੀ ਭਾਵ ਕਰਦੇ ਹੈ ਆਪਣੇ ਕਿਰਿਆਵਾਂ ਪਰ ਅਸੰਗ ਰਹਿੰਦੇ ਨਿਰਲੇਪ ਰਹਿੰਦੇ ਆ। ਤੇ ਜੇ ਦੂਜਾ ਪਾਠ ਤਾਂ ਕਿਉਂ ਰਤ ਵਿਵਹਾਰ ਜਿਨ੍ਹਾਂ ਨੇ ਆਤਮ ਸਰੂਪ ਜਾਂ ਪੂਰਨ ਆਤਮ ਲੈ ਜਿਨ੍ਹਾਂ ਨੇ ਆਪਣੇ ਆਤਮ ਸਰੂਪ ਨੂੰ ਜਾਣ ਲਿਆ ਹੈ ਲਹਿਓ ਕਹੀਏ ਜਾਣ ਲਿਆ ਤਾਂ ਕਿਉਂ ਰਤ ਵਿਵਹਾਰ ਉਹਨਾਂ ਦੀ ਕਿਵੇਂ ਭਲਾ ਵੀ ਵਿਵਹਾਰਾਂ ਵਿੱਚ ਰਤੀ ਪ੍ਰੀਤੀ ਹੋ ਸਕਦੀ ਭਾਵ ਨਹੀਂ ਹੁੰਦੀ। ਸੋਹੰ ਜਾਨ ਸੋਹਤ ਕਿਉਂ ਇਹ ਸਿੱਖ ਜਿਨ੍ਹਾਂ ਨੇ ਇਹ ਜਾਣ ਲਿਆ ਵੀ ਉਹ ਮੈਂ ਸੋ ਦਾ ਅਰਥ ਉਹ ਭਾਵ ਬ੍ਰਹਮ ਹੰ ਕਹੀਏ ਮੈਂ ਭਾਵ ਜੀਵ ਵੀ ਮੈਂ ਤੇ ਮੇਰਾ ਜਿਹੜਾ ਆਤਮਾ ਹੈ ਜਾਂ ਸੋ ਕਹੀਏ ਪਰਮਾਤਮਾ ਹੰ ਕਹੀਏ ਆਤਮਾ ਵੀ ਆਤਮਾ ਪਰਮਾਤਮਾ ਇੱਕੋ ਕਰ ਦੀ ਅਵਸਥਾ ਵਾਲੇ ਹੋ ਕੇ ਵੀ ਇੱਕ ਮੇਰਾ ਪਰਮਾਤਮਾ ਉਹੀ ਹੋਈ ਹੈ। ਸੋ ਤੇ ਜਿਨ੍ਹਾਂ ਨੇ ਜਾਣ ਲਿਆ ਜਾਂ ਸੋ ਦਾ ਅਰਥ ਵੀ ਉਹ ਜੋ ਬ੍ਰਹਮ ਆ ਹੰ ਕਹੀਏ ਵੀ ਉਹ ਹੀ ਮੇਰਾ ਆਪਾ ਹੈ। ਹੰ ਦਾ ਅਰਥ ਮੈਂ ਭਾਵ ਮੈਂ ਤਾਂ ਕਹੀਏ ਮੇਰਾ ਵੀ ਉਹ ਬ੍ਰਹਮ ਹੀ ਮੇਰਾ ਆਪਾ ਹੈ ਜਿਨ੍ਹਾਂ ਜਾਣ ਲਿਆ। ਸੋ ਹੋਤ ਕਿਉਂ ਉਹ ਵੀ ਕਿਵੇਂ ਹੋ ਸਕਦੇ ਜਗ ਜਨ ਦੀਨ ਪ੍ਰਕਾਰ ਸੰਸਾਰ ਦੇ ਜਨ ਕਹੀਏ ਲੋਕਾਂ ਬੰਦਿਆਂ ਪੁਰਖਾਂ ਦੇ ਪ੍ਰਕਾਰ ਕਹੀਏ ਵਾਂਗ ਦੀਨ ਦੁਖੀ ਉਹ ਕਿਵੇਂ ਹੋ ਸਕਦੇ ਭਾਵ ਨਹੀਂ ਹੋ ਸਕਦੇ। ਉਹਨਾਂ ਨੂੰ ਕੋਈ ਦੁੱਖ ਨਹੀਂ ਰਹਿੰਦਾ। ਬ੍ਰਹਮ ਨੂੰ ਕੋਈ ਦੁੱਖ ਨਹੀਂ ਆ ਆਨੰਦ ਸਰੂਪ ਆ ਆਨੰਦ ਸਰੂਪ ਜੀ ਉਹ ਸੁਭਾਏ ਮਾਨ ਰਹਿੰਦੇ ਹੈ। ਸਾਰੇ ਪਾਠ ਸਹੀ ਆ ਜਗ ਦੇ ਅੱਗੇ ਨੂੰ ਸਿਆਰੀ ਆ ਬਸ ਤੇ ਦੋ ਪਾਠਾਂ ਦੇ ਭੇਦ ਆ ਜੋ ਪੂਰਨ ਆਤਮ ਲਹਿਓ ਤਾਂ ਕਿੰਚਿਤ ਵਿਵਹਾਰ ਪਹਿਲਾ ਪਾਠ ਦਾ ਅਰਥ ਕੀਤਾ ਸੀ ਦੂਸਰਾ ਪਾਠ ਆ ਤਾਂ ਕਿਉਂ ਰਤ ਵਿਵਹਾਰ ਇਹਦਾ ਵੀ ਅਰਥ ਆਪਾਂ ਕੀਤਾ। ਜਗ ਜਨ ਦੀਨ ਪ੍ਰਕਾਰ ਸੋਹੰ ਜਾਨ ਸੋਹਤ ਕਿਉਂ ਇਹਦਾ ਅਰਥ ਐਵੇਂ ਥੋੜਾ ਬਣ ਜਾਂਦਾ ਵੀ ਜਿਨ੍ਹਾਂ ਨੇ ਸੋ ਕਈ ਉਸ ਬ੍ਰਹਮ ਨੂੰ ਹੰ ਕਹੀਏ ਆਪਣਾ ਆਪ ਜਾਣ ਲਿਆ ਵੀ ਉਹ ਮੈਂ ਹਾਂ। ਉਹ ਜਗ ਜਨ ਦੀਨ ਪ੍ਰਕਾਰ ਉਹ ਜਿਹੜੇ ਜਨ ਪੁਰਸ਼ ਆ ਕਿਸ ਤਰ੍ਹਾਂ ਜਗਤ ਦੇ ਵਿੱਚ ਦੀਨ ਕਹੀਏ ਮੰਗਤਿਆਂ ਵਾਂਗ ਹੋ ਸਕਦੇ। ਪ੍ਰਕਾਰ ਦਾ ਅਰਥ ਵਾਂਗ ਤਰ੍ਹਾਂ ਮੰਗਤਿਆਂ ਦੀ ਤਰ੍ਹਾਂ ਮੰਗਤਿਆਂ ਵਾਂਗ ਹੋ ਸਕਦੇ ਆ ਤਾਂ ਨਹੀਂ ਹੋ ਸਕਦੇ। ਜਨ ਦਾ ਅਰਥ ਦਾ ਆਮ ਪੁਰਸ਼ ਵੀ ਆਮ ਪੁਰਸ਼ਾਂ ਦੀ ਤਰ੍ਹਾਂ ਦੀਨ ਕਮਜ਼ੋਰ ਦੀਨ ਦਾ ਅਰਥ ਕਮਜ਼ੋਰ ਹੀ ਹੁੰਦਾ ਨਾ ਗਰੀਬੜਾ ਜਿਹਾ ਕਾਮ ਕ੍ਰੋਧ ਆਦਿ ਦੇ ਅਧੀਨ ਕਿਵੇਂ ਹੋ ਸਕਦੇ ਆ ਭਾਵ ਨਹੀਂ ਹੋ ਸਕਦੇ। ਦੋਹਰਾ ਮੁਕਤ ਵਿਖੈ ਵੈਰਾਗ ਜੋ ਇਹ ਸਿੱਖ ਵਿਖੈ ਵਿਸ਼ਿਆਂ ਵਿਕਾਰਾਂ ਦੇ ਵਿੱਚ ਵਿਖੇ ਦਾ ਅਰਥ ਵਿਸ਼ੇ ਵਿਕਾਰ ਹੀ ਹੁੰਦਾ ਤੇ ਵਿਖੇ ਦਾ ਅਰਥ ਵਿੱਚ ਵੀ ਹੁੰਦਾ ਦੋਵੇਂ ਅਰਥ ਲਾ ਕੇ ਜਾਣੇ। ਇਹ ਸਿੱਖ ਵਿਸ਼ੇ ਵਿਕਾਰਾਂ ਦੇ ਵਿੱਚ ਅਥਵਾ ਕਿ ਜੋ ਜਿਹੜੀ ਆ ਸੰਸਾਰ ਵੱਲੋਂ ਵਿਰਾਗ ਧਾਰਨ ਕਰਨਾ ਜੋ ਦਾ ਅਰਥ ਜੋ ਹੀ ਵਿਸ਼ਿਆਂ ਵਿਕਾਰਾਂ ਵਿੱਚ ਅਥਵਾ ਵੀ ਸੰਸਾਰ ਵੱਲੋਂ ਜੋ ਵੈਰਾਗ ਧਾਰਨ ਕਰਨਾ ਵਾ ਇਹ ਸਿੱਖ ਇਹਦਾ ਨਾਮ ਹੀ ਮੁਕਤੀ ਹੈ ਇਹ ਮੁਕਤੀ ਹੈ ਠੀਕ ਹੈ ਨਾ। ਜਿਹੜਾ ਵਿਸ਼ਿਆਂ ਵਿਕਾਰਾਂ ਵੱਲੋਂ ਵਿਰਾਗ ਕਰਨਾ ਤੇ ਸੰਸਾਰ ਵੱਲੋਂ ਵਿਰਾਮ ਨਿਰਲੇਪਤਾ ਵਿੱਚ ਰਹਿਣਾ ਨਾ ਇਹੀਓ ਮੁਕਤੀ ਦਾ ਸਾਧਨ ਆ ਇਹੀਓ ਮੁਕਤ ਹੋਣ ਦਾ ਕਾਰਨ ਆ ਹੋਰ ਕੋਈ ਮੁਕਤੀ ਨਹੀਂ। ਇਹੀ ਮੁਕਤੀ ਆ ਵੀ ਸੰਸਾਰ ਵੱਲੋਂ ਵੀ ਵਿਰਾਮ ਨਿਰਲੇਪ ਰਹਿਣਾ ਤੇ ਵਿਸ਼ਿਆਂ ਵੱਲੋਂ ਵੀ ਵਿਰਾਗੀ ਹੋਇਆ ਰਹਿਣਾ। ਇਹਦਾ ਨਾਮ ਸੇਵਕ ਮੁਕਤੀ ਆ ਇਹੀ ਮੁਕਤੀ ਦਾ ਸਾਧਨ ਆ। ਬੰਧਨ ਵਿਖੈ ਸਨੇਹ ਤੇ ਪਰ ਜੋ ਵਿਸ਼ਿਆਂ ਵਿੱਚ ਵਿਖੇ ਦਾ ਅਰਥ ਵਿਸ਼ੇ ਤੇ ਵਿਖੇ ਦਾ ਅਰਥ ਵਿੱਚ ਜੋ ਵਿਸ਼ਿਆਂ ਵਿੱਚ ਸਨੇਹ ਦਾ ਅਰਥ ਪ੍ਰੀਤੀ ਕਰਨੀ ਹੈ ਸਿੱਖ ਇਹਦਾ ਨਾਮ ਹੀ ਬੰਧਨ ਹੈ।
ਇਹੀ ਜੰਜਾਲ ਆ। ਇਹਨੂੰ ਹੀ ਕਹੀਦਾ ਵਾ ਬੰਧਨ। ਜਿਹੜਾ ਵਿਸ਼ਿਆਂ ਵਿੱਚ ਸਨੇਹ ਪ੍ਰੇਮ ਕਰਨਾ ਨਾ, ਭੋਗਾਂ ਵਿਲਾਸਾਂ ਵਿੱਚ, ਇਹੀ ਬੰਧਨ ਆ। ਜਿਹੜਾ ਇਹਦੇ ਵੱਲੋਂ ਵਿਰਾਗ ਕਰਨਾ, ਇਹੀ ਮੁਕਤੀ ਆ, ਜੀਵਨ ਮੁਕਤੀ। ਮਤਲਬ ਸੌਖਾ ਜਿਹਾ ਵੀ ਵਿਸ਼ਿਆਂ ਵੱਲੋਂ ਵਿਰਾਗ ਧਾਰਨ ਕਰੇਗਾ ਤਾਂ ਸਿੱਖ ਮੁਕਤੀ ਕਹੀਏ, ਮੁਕਤ ਦੀ ਪ੍ਰਾਪਤੀ ਹੋ ਜਾਏਗੀ ਤੈਨੂੰ। ਅਤੇ ਜੇ ਵਿਖੇ ਸਨੇਹ ਵਿਸ਼ਿਆਂ ਵਿੱਚ ਸਨੇਹ ਕਰੇਗਾ, ਪ੍ਰੇਮ ਕਰੇਗਾ, ਸਨੇਹ ਕਹੀਏ ਮੋਹ ਕਰੇਗਾ, ਤੇ ਜਨਮ ਮਰਨ ਦਾ ਬੰਧਨ ਪ੍ਰਾਪਤ ਤੈਨੂੰ ਹੋ ਜਾਏਗਾ। ਇਸ ਕਰਕੇ ਵਿਰਾਗੀ ਵਿਸ਼ਿਆਂ ਵਿੱਚ ਸੰਸਾਰ ਵੱਲੋਂ ਹੋ ਨਿਰਲੇਪ ਰਹਿ, ਉਪਰਾਮ ਰਹਿ। ਯਹ ਸਭ ਗ੍ਰੰਥਨ ਕੋ ਮਤੋ। ਤੇ ਨਾਲ ਹੀ ਕਹਿੰਦੇ ਆ ਵੀ ਇਹ ਸਾਰੇ ਗ੍ਰੰਥਾਂ ਦਾ ਮਤੋ ਕਹੀਏ ਮਤ ਆ, ਸਿਧਾਂਤ ਆ। ਇਹਦਾ ਮਤ ਆ, ਸਿਧਾਂਤ ਆ। ਇਹ ਸਿੱਖ ਯਹ ਸਭ ਗ੍ਰੰਥਨ ਕੋ ਮਤੋ। ਇਹ ਸਾਰੇ ਗ੍ਰੰਥਾਂ ਦਾ ਮਤ ਆ, ਇਕੱਲਾ ਮੇਰਾ ਮਤ ਨਹੀਂ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਠੀਕ ਹੈ ਨਾ। ਇਹ ਸਾਰੇ ਗ੍ਰੰਥਾਂ ਦਾ ਹੀ ਮਤ ਸਿਧਾਂਤ ਆ ਵੀ ਵਿਸ਼ਿਆਂ ਵੱਲੋਂ ਵਿਰਾਗ ਧਾਰਨਾ ਵਾ, ਸੰਸਾਰ ਵੱਲੋਂ ਵਿਰਾਗ ਧਾਰਨਾ ਇਹੀ ਮੁਕਤੀ ਆ। ਤੇ ਬੰਧਨਾਂ ਵਿੱਚ ਜਿਹੜਾ ਨੇਹ ਕਰਨਾ ਇਹੀ ਬੰਧਨ ਆ। ਜਿਹੜਾ ਵਿਸ਼ਿਆਂ ਵਿੱਚ ਨੇਹ ਕਰਨਾ ਇਹੀ ਬੰਧਨ ਆ। ਇਹ ਸਾਰੇ ਗ੍ਰੰਥਾਂ ਦਾ ਮਤ ਆ, ਸਿਧਾਂਤ ਆ। ਮਨ ਮਾਨੈ ਸੋ ਕਰੇ। ਬਾਕੀ ਵੀ ਇਸ ਇੱਕ ਤੇਰਾ ਮਨ ਜਿਹੜਾ ਹੁਣ ਜਿਵੇਂ ਮਾਨੇ ਕਹੀਏ ਮੰਨਦਾ, ਸੋ ਕਰੇ। ਸੋ ਉਸੇ ਤਰ੍ਹਾਂ ਹੀ ਕਰੇ ਤੂੰ ਕਰ ਲੈ। ਭਾਵ ਚਾਹੇ ਵਿਸ਼ਿਆਂ ਵੱਲ ਵਿਰਾਗ ਧਾਰ ਲੈ ਤੇ ਚਾਹੇ ਸਨੇਹ ਕਰ ਲੈ, ਮਰਜ਼ੀ ਤੇਰੀ ਆ। ਸਾਡਾ ਕੰਮ ਤੈਨੂੰ ਸਮਝਾਉਣਾ, ਕਿਉਂਕਿ ਗੁਰੂ ਦਾ ਕੰਮ ਉਹਦਾ ਸਮਝਾਉਣਾ। ਜਿਵੇਂ ਰਾਮਕਲੀ ਰਾਗ 'ਚ ਵੀ ਮਹਾਰਾਜ ਬੜਾ ਸੋਹਣਾ ਗੁਰੂ ਅਰਜਨ ਸਾਹਿਬ ਜੀ ਲਿਖਦੇ ਆ, ਸਾਨੂੰ ਸਾਰਾ ਕੁਝ ਜਣਾ ਕੇ ਨਾ ਕਿ ਰਾਖਣ ਹਰ ਸੰਭਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਕਿ ਜਿਹਨੇ ਰੱਬ ਨੇ ਤੈਨੂੰ ਇੰਨਾ ਕੁਝ ਦਿੱਤਾ ਤੇ ਉਹਨੂੰ ਅਖੀਰੀ ਕਹਿੰਦੇ ਬਸ ਸਮਾਪਤੀ ਦੇ ਵਿੱਚ, ਅਬ ਤੂੰ ਸੀਜ ਭਾਵੈ ਨਹੀਂ ਸੀਜੈ, ਕਾਰਜ ਸਵਰੇ ਮਨ ਪ੍ਰਭ ਧਿਆਈ ਜੈ। ਇਹ ਵੀ ਸਿੱਖ ਹੁਣ ਤੂੰ ਸਮਝ, ਸੀਜ ਗਈ ਸਮਝ, ਭਾਵੈ ਨਹੀਂ ਸੀਜੈ, ਭਾਵੇਂ ਨਹੀਂ ਸਮਝ। ਇੱਕ ਗੱਲ ਪੱਕੀ ਕਹਿੰਦੇ, ਕਾਰਜ ਸਵਰੇ, ਕਾਰਜ ਸੌਰ ਜਾਂਦੇ ਆ, ਮਨਾ ਪ੍ਰਭ ਧਿਆਈ ਜੈ। ਜੇ ਪ੍ਰਭੂ ਨੂੰ ਧਿਆਈਏ ਤਾਂ ਹੋਰ ਨਹੀਂ ਕੋਈ ਤਰੀਕਾ। ਕਾ ਜੋ ਜਾ ਤੁਬਈ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਹੋਰ ਨਹੀਂ ਕੋਈ ਤਰੀਕਾ ਹੈਗਾ, ਇੱਕੋ ਇੱਕ ਤਰੀਕਾ ਵਾ, ਮਰਜ਼ੀ ਤੇਰੀ ਹੈ। ਆ ਸੁਰਤੀਆਂ ਵਿੱਚ ਜਿਹੜਾ ਸਿਧਾਂਤ ਦਾ ਥੋੜਾ ਆਇਆ ਨਾ ਇੱਥੇ ਵੀ ਮਤੋ ਗ੍ਰੰਥਨ ਕੋ ਮਤੋ, ਸਿਧਾਂਤ ਦਾ ਸੁਰਤੀਆਂ ਵਿੱਚ ਇਹ ਸੁਰਤੀ ਲਿਖੀ ਆ, ਬੰਦ ਹੈ ਕੋ ਬੰਦੋਂ ਹੈ ਕਿਉ, ਜੋ ਵਿਖਿਆਨ ਰਾਗੀ ਕੋ, ਅਥਵਾ ਵਿਮੁਤਾਤੋ ਵਿਖੇ ਵਿਰਕਤਹਾ। ਇਸ ਤਰ੍ਹਾਂ ਲਿਖਿਆ ਆ ਸੁਰਤੀ ਪ੍ਰਮਾਣ। ਬੰਦੇ ਯੋ ਵਿਖਿਆਨ ਰਾਗੀ, ਅਥਵਾ ਵਾ ਵਿਮੁਤਾਤੋ ਵਿਖੇ ਵਿਰਕਤਹਾ। ਹਾਂਜੀ, ਇੱਥੇ 7 ਦੋਰੇ ਹੋ ਚੁੱਕੇ ਆ। ਇਹਦੇ ਪਾਠ ਸਾਰੇ ਤਕਰੀਬਨ ਸਹੀ ਹੀ ਹੈ। ਦੋਹਰਾ ਕਿਰਪਾ ਕਰਤ ਸਿੱਖ ਪਰ ਕਹਾਣੀ। ਨਾਥ ਹੋਰੀ ਕਵੀ ਜੀ ਕਹਿੰਦੇ ਹਨ, ਸੰਤ ਮਹਾਤਮਾ ਜੀ, ਕਿਰਪਾ ਕਰਤ ਸਿੱਖ ਪਰ ਕਹਾਣੀ। ਗੁਰਦੇਵ ਜੀ ਆਪਣੇ ਸਿੱਖ ਕਹੀਏ, ਸੇਵਕ ਪਰ ਕਹੀਏ ਉੱਤੇ, ਸੇਵਕ ਉੱਪਰ ਘਣੀ ਬਹੁਤ ਜਿਹੜੀ ਕਿਰਪਾ ਦਇਆ ਦ੍ਰਿਸ਼ਟੀ ਆ ਕਰਤ ਕਰਦੇ ਹਨ। ਗੁਰਦੇਵ ਗੁਰੂ ਜੀ, ਗੁਰੂ ਦੇ ਹਮੇਸ਼ਾ ਭਲਾ ਕਰਦੇ, ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ ਕਿਰਪਾ ਕਰਦੇ ਆਪਣੇ ਸਿੱਖ ਉੱਪਰ ਘਣੀ ਕਹੀਏ ਬਹੁਤੀ। ਗੁਰ ਸਰਨਾਈ ਰਾਏ, ਜਿਸ ਦਇਆ ਦ੍ਰਿਸ਼ਟੀ ਦਾ ਸਦਕਾ ਰਾਏ ਕਹੀਏ ਰਾਜਾ, ਰਾਏ ਕਹੀਏ ਜੋ ਪ੍ਰਕਾਸ਼ ਰੂਪ ਪਰਮੇਸ਼ਰ ਆ,
ਤੇ ਉਸ ਪਰਮੇਸ਼ਰ ਦੀ ਸਰਨਾਈ ਕਹੀਏ ਸ਼ਰਨ ਵਿੱਚ ਪਾ ਦਿੰਦੇ ਆ। ਕਿਰਪਾ ਕਰ ਸਿੱਖ ਪਰ ਕਨੀ। ਅਨਾਥਪੁਰੀ ਕਵੀ ਜੀ ਕਹਿੰਦੇ ਵੀ ਸ਼ਰਨ ਆਇਆ ਦੀ ਰੱਖਿਆ ਕਰਨ ਵਾਲੇ ਰਾਏ ਰਾਜਾ ਰੂਪ ਅਥਵਾ ਪ੍ਰਕਾਰ ਸਤਿਗੁਰ ਜੀ ਸਿੱਖ ਪਰ ਕਨੀ ਬਹੁਤ ਹੀ ਦ੍ਰਿਸ਼ਟੀ ਕਰਦਿਆਂ ਹੋਇਆਂ ਇਹ ਸਥਿਤ ਆਤਮਵਾਨ ਕੀ ਕਹਿ ਪੁਨ ਦਰਸਾਏ। ਕਹਿ ਪੁਨ ਦਰਸਾਏ ਪਾਠ ਵੀ ਪੁਨ ਕੇ ਵਾਰ ਕਹਿ ਕੇ ਗਿਆਨਵਾਨ ਦਾ ਟਿਕਾ ਅਥਵਾ ਸਥਿਤੀ ਦਰਸਾਉਂਦੇ ਹਨ। ਆਤਮਵਾਨ ਪਰ ਗਿਆਨਵਾਨ ਦੀ ਜਿਹੜੀ ਸਥਿਤੀ ਟਿਕਾ ਹੈ ਨਾ ਉਹ ਪੁਨ ਕਈ ਬਾਰ ਕਹਿ ਕੇ ਦਰਸਾਉਂਦੇ ਹਨ। ਆਤਮਵਾਨ ਸਵੈ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਦੀ ਉਦਾਸੀਨਤਾ ਰੂਪ ਸਥਿਤੀ ਨੂੰ ਦ੍ਰਿਸ਼ਟਾਂਤਾਂ ਦੁਆਰਾ ਪੁਨ ਕਈਏ ਬਾਰ ਕਹਿ ਕੇ ਆਖ ਕੇ ਦਿਖਾਉਂਦੇ ਹਨ ਜਾਂ ਦਰਸਾਉਂਦੇ ਹਨ, ਦੱਸਦੇ ਬਾਰ। ਇੱਥੇ ਜਿਹੜੇ ਆਪਣੇ ਅਨਾਥਪੁਰੀ ਕਵੀ ਜੀ ਆ ਨਾ ਉਹ ਦੱਸ ਰਹੇ ਆ ਵੀ ਕਿਰਪਾ ਕਰ ਸਿੱਖ ਪਰ ਕਨੀ ਗੁਰ ਸਰਨਾਈ ਰਾਏ। ਕਿਰਪਾ ਕਰ ਸਿੱਖ ਉੱਪਰ ਗੁਰੂ ਗੁਰਦੇਵ ਜਿਹੜੀ ਆ ਨਾ ਬਹੁਤੀ ਕਿਰਪਾ ਕਰਦੇ ਆ। ਸਰਨਾਈ ਰਾਏ ਤੇ ਪਰਮੇਸ਼ਰ ਦੀ ਸ਼ਰਨ ਵਿੱਚ ਜੋ ਰਾਏ ਕਈ ਰਾਜਾ ਰੂਪ ਪ੍ਰਕਾਸ਼ ਰੂਪ ਹੈ ਉਹਦੀ ਸਰਨਾਈ ਪਰਮੇਸ਼ਰ ਦੀ ਪਾਉਂਦੇ, ਗੁਰੂ ਹੀ ਪਾਉਂਦੇ ਆ। ਗੁਰੂ ਹੀ ਇੱਕ ਤਰੀਕਾ ਪਰਮੇਸ਼ਰ ਦੇ ਨਾਮ ਬੁਲਾਉਣ ਦਾ, ਕਿਉਂਕਿ ਗੁਰੂ ਪਰਮੇਸ਼ਰ ਦਾ ਦੂਸਰਾ ਹੀ ਰੂਪ ਆ, ਸਰਗੁਣ ਸਰੂਪ ਆ। ਇਹ ਸਥਿਤ ਆਤਮਵਾਨ ਕੀ ਗਿਆਨਵਾਨ ਆਪਣੇ ਸਿੱਖ ਦੀ ਸਥਿਤੀ ਕਰ ਲਈ, ਇਹਦਾ ਟਿਕਾ ਹੋ ਰਵੇ, ਵਿਸ਼ਿਆਂ ਵਿੱਚ ਨਾ ਪ੍ਰਵਿਰਤ ਹੋਵੇ। ਕਹਿ ਪੁਨ ਦਰਸਾਏ ਪੁਨਾ ਵਾਰ ਦਰਸਾ ਕੇ ਕਹਿੰਦੇ ਆ ਵਾਰ ਸਿੱਖ ਨੂੰ ਉਸ ਦਾ ਆਤਮ ਗਿਆਨ ਦੀ ਸਥਿਤੀ ਦਰਸਾਏ ਕਹੀਏ ਦਿਖਾਉਂਦੇ ਆ, ਟਿਕਾਉਂਦੇ ਵੀ ਸਿੱਖ ਵੇਖ ਗਿਆਨਵਾਨ ਹੀ ਰਹਿਣਾ ਹੈ, ਵਿਸ਼ਿਆਂ ਵਿੱਚ ਪ੍ਰਵਿਰਤ ਨਹੀਂ ਹੋਣਾ ਹੈ। ਇਸ ਤਰ੍ਹਾਂ ਬੜੀ ਭਾਰੀ ਸਿੱਖਿਆ ਜਿਹੜੀ ਆਪਣੀ ਸਿੱਖ ਨੂੰ ਬੜੀ ਸ਼ਰਧਾ ਨਾਲ ਹੀ ਗੁਰੂ ਜਿਹੜੇ ਆ ਉਹ ਦੇ ਰਹੇ ਆ ਵੀ ਸਿੱਖ ਵੇਖ ਕੇ ਢਿੱਲ ਨਹੀਂ ਕਰਨੀ ਆ, ਵਿਸ਼ਿਆਂ ਵਿੱਚ ਪ੍ਰਵਿਰਤ ਜਮਾ ਹੀ ਨਹੀਂ ਤੂੰ ਹੋਣਾ ਹੈ। ਦੋਹਰਾ ਜੈਸੇ ਭੁੱਜੇ ਅੰਨ ਮੈਂ ਪ੍ਰਮਾਣ ਪਿੱਛੇ ਵੀ ਦਿੱਤੇ ਆ, ਹੁਣ ਹੋਰ ਕਿਹਾ ਹੈ ਨਾ ਕਹਿ ਪੁਨ ਦਰਸਾ ਵੀ ਬਾਰ ਕਹਿ ਰਹੇ। ਹੁਣ ਫੇਰ ਉਹ ਜਿਹੜਾ ਉਪਦੇਸ਼ ਦੇਣ ਲਈ ਗੁਰੂ ਜੀ ਕਹਿ ਰਹੇ ਪ੍ਰਮਾਣਾਂ ਦੇ ਰਾਹੀਂ। ਜੈਸੇ ਭੁੱਜੇ ਅੰਨ ਮੈਂ ਜੈਸੇ ਕਹੀਏ ਜਿਸ ਪ੍ਰਕਾਰ ਭੁੱਜੇ ਕਹੀਏ ਭੁੰਨੇ ਹੋਏ ਅੰਨ ਮੈਂ ਅੰਨ ਦੇ ਵਿੱਚ ਜਾਂ ਅਨਾਜ ਦੇ ਵਿੱਚ ਉਦਭਵਤਾ ਭਈ ਸ਼ੀਨ ਉਦਭਵਤਾ ਵੀ ਉਹਦੇ ਭਵਤਾ ਕਹੀਏ ਹੋਣ ਦੀ, ਉਹਦੇ ਨਾਮ ਦਾ ਪ੍ਰਗਟ ਦਾ ਪੈਦਾ ਹੋਣ ਦਾ, ਭਵਤਾ ਨਾਮ ਉਹਦੇ ਨਾਮ ਪ੍ਰਗਟ ਜਾਂ ਪੈਦਾ, ਭਵਤਾ ਨਾਮ ਹੋਣ ਦਾ। ਵੀ ਜਿਵੇਂ ਭੁੱਜੇ ਹੋਏ ਅੰਨ ਦੇ ਵਿੱਚ ਪੈਦਾ ਹੋਣ ਦੀ ਜਿਹੜੀ ਤਾਕਤ ਆ ਸ਼ੀਨ ਭਈ, ਸ਼ੀਨ ਦਾ ਅਰਥ ਨਾਸ ਭਈ ਹੋ ਜਾਂਦੀ ਹੈ। ਉੱਗਣ ਦੀ ਜਿਹੜੀ ਸ਼ਕਤੀ ਆ, ਜਿਹੜਾ ਅਨਾਜ ਕਣਕ ਦਾ ਦਾਣਾ ਹੀ ਆ, ਕੋਈ ਚਣਾ ਆ, ਉਹਨੂੰ ਤੁਸੀਂ ਭੁੰਨ ਦਿਓਗੇ ਉਹਦੇ ਵਿੱਚ ਪੈਦਾ ਹੋਣ ਦੀ ਸ਼ਕਤੀ ਫਿਰ ਨਾਸ ਹੋ ਜਾਂਦੀ, ਉਹ ਫਿਰ ਪੈਦਾ ਨਹੀਂ ਹੋ ਸਕਦਾ। ਤੈਸੇ ਆਤਮਵਾਨ ਕੀ ਹੈ ਸਿੱਖ, ਇਸੇ ਤਰ੍ਹਾਂ ਆਤਮਵਾਨ ਭਾਵ ਗਿਆਨਵਾਨ ਦੀ ਜਿਹੜੀ ਗਿਆਨ ਆ ਗਿਆਨ ਸਦਕਾ ਗਿਆਨਵਾਨ ਦੀ ਜਿਹੜੀ ਗਿਆਨਵਾਨ ਹੈ ਨਾ ਜਿਹੜਾ ਆਤਮ ਵਾਲਾ, ਆਪਣੇ ਆਤਮਾ ਨੂੰ ਜਾਣਨ ਵਾਲਾ, ਗਿਆਨ ਵਾਲਾ, ਸਰੂਪ ਦੇ ਗਿਆਨ ਵਾਲਾ, ਭਈ ਜਗਤ ਮਤ ਲੀਨ ਮਤ ਕਹੀਏ ਬੁੱਧੀ ਸੰਸਾਰਾਕਾਰ ਬਿਰਤੀ ਬਣ ਕੇ ਤੇ ਜਗਤ ਕਹੀਏ ਸੰਸਾਰੀ ਮਤ ਕਹੀਏ ਬੁੱਧੀ ਲੈ ਹੋ ਗਈ, ਨਿਵਰਤ ਹੋ ਗਈ। ਸੰਸਾਰ ਵੱਲੋਂ ਸੁੰਨ ਹੋ ਕੇ ਪਰਮੇਸ਼ਰ ਵਿੱਚ ਲੀਨ ਮਿਲ ਗਈ। ਭਾਵ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਮਹਾਂਪੁਰਸ਼ਾਂ ਦੀ ਬੁੱਧੀ ਬ੍ਰਹਮਾਕਾਰ ਹੋ ਜਾਂਦੀ ਹੈ। ਇਸੇ ਤਰ੍ਹਾਂ ਵੀ ਆਤਮਵਾਨ ਜਿਹੜਾ ਗਿਆਨਵਾਨ ਦੀ ਗਿਆਨ ਸਦਕਾ ਜਗਤ ਮਾਤਿਆ ਨਾ
ਸੰਸਾਰਾਕਾਰ ਬੁੱਧੀ ਆ ਵੀ ਜੋ ਜਨਮ ਮਰਨ ਦੇ ਕਾਰਨ ਰੂਪ ਹੰਕਾਰ ਨੂੰ ਉਹਦੇ ਕਰਨ ਵਾਲੀ ਹੈ ਬੁੱਧੀ। ਇਹ ਸੰਸਾਰੀ ਬੁੱਧੀ ਲੀਨ ਉਹ ਅਲੋਪ ਹੋ ਜਾਂਦੀ, ਭਾਵ ਲੀਨ ਦਾ ਅਰਥ ਲੀਨ ਭਈ ਹੋ ਜਾਂਦੀ ਆ ਜਾਂ ਨਾਸ ਹੋ ਜਾਂਦੀ ਹੈ, ਤਾਂ ਸਮਝ ਲੈਣਾ। ਜਿਵੇਂ ਭੁੱਜਿਆ ਹੋਇਆ ਦਾਣਾ, ਭੁੱਜਿਆ ਹੋਇਆ ਅੰਨ ਵਿੱਚੋਂ ਪੈਦਾ ਹੋਣ ਦੀ ਸ਼ਕਤੀ ਜਿਹੜੀ ਨਾਸ ਹੋ ਜਾਂਦੀ ਆ, ਇਸੇ ਤਰ੍ਹਾਂ ਆਤਮਾ ਵਾਲੇ ਦੀ, ਗਿਆਨਵਾਨ ਦੀ ਵੀ ਜਿਹੜੀ ਮਤ ਜਗਤ ਹੈ ਨਾ, ਸੰਸਾਰੀ ਮਤ ਆ, ਉਹ ਲੀਨ ਹੋ ਗਈ ਕਾਸੇ ਕਰਕੇ? ਆਤਮ ਗਿਆਨ ਕਰਕੇ। ਜੇ ਆਤਮ ਗਿਆਨ ਹੋ ਗਿਆ ਤੇ ਜਗਤ ਮਤ ਲੀਨ ਹੋ ਜਾਂਦੀ ਆ, ਤੇ ਜੇ ਸੰਸਾਰਾਕਾਰ ਬਿਰਤੀ ਵਾਲਾ ਹੋ ਗਿਆ ਤੇ ਫਿਰ ਬ੍ਰਹਮ ਜਿਹੜੀ ਆਤਮ ਵਾਲੀ ਮਤ ਆ ਉਹ ਲੀਨ ਹੋ ਜਾਂਦੀ ਹੈ। ਇੱਕ ਹੀ ਰਹਿਣਾ, ਰਾਤ ਰਹੂ ਜਾਂ ਦਿਨ ਰਹੂ, ਦੋ ਚੀਜ਼ਾਂ ਨਹੀਂ ਰਹਿਣੀਆਂ ਹੈ। ਕਿ ਜੇ ਗਿਆਨਵਾਨ, ਤੈਸੇ ਗਿਆਨਵਾਨ ਕੀ, ਵੀ ਜਿਹੜਾ ਗਿਆਨਵਾਨ ਪੁਰਸ਼ਾਂ ਦੀ ਜਿਹੜੀ ਮਤ ਕਹੀਏ ਬੁੱਧੀ ਆ, ਉਹ ਪ੍ਰਗਟ ਹੋਣੇ ਕਰਕੇ ਜਗਤ ਮਤ, ਸੰਸਾਰੀ ਜਿਹੜੀ ਮਤ ਹੈ ਨਾ, ਸੰਸਾਰਾਕਾਰ ਬਿਰਤੀ, ਸੰਸਾਰ ਨੂੰ ਵਿਸ਼ੇ ਕਰਨ ਵਾਲੀ, ਸੰਸਾਰ ਨੂੰ ਸੁੱਖ ਮੰਨਣ ਵਾਲੀ, ਉਹ ਲੀਨ ਹੋ ਜਾਂਦੀ ਹੈ। ਆਪ ਸੰਸਾਰ ਵੱਲੋਂ ਮਤ ਸੁੰਨ ਹੋ ਜਾਂਦੀ ਆ, ਭਾ ਲੀਨ ਹੋ ਜਾਂਦੀ ਆ। ਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੁੱਧੀ ਕਿਹੜੀ ਆ? ਉਹ ਹੈ ਬ੍ਰਹਮਾਕਾਰ ਬਿਰਤੀ, ਭਾਵ ਹਰ ਪਾਸੇ ਬ੍ਰਹਮ ਨੂੰ ਦੇਖਣਾ, ਤੇ ਉਹ ਪ੍ਰਗਟ ਹੋ ਜਾਂਦੀ ਆਤਮਵਾਨ ਗਿਆਨਵਾਨ ਦੀ। ਜਿਵੇਂ ਭੁੱਜਿਆ ਹੋਇਆ ਅੰਨ ਆ, ਉਹਦੇ 'ਚ ਪੈਦਾ ਹੋਣ ਦੀ ਸ਼ਕਤੀ ਜਿਹੜੀ ਆ ਉਹ ਲੀਨ ਹੋ ਜਾਂਦੀ ਹੈ ਨਾ, ਖਤਮ ਹੋ ਜਾਂਦੀ। ਜਿਹਨੂੰ ਆਤਮਾ ਦਾ ਗਿਆਨ ਹੋ ਜੇ ਨਾ, ਉਹਦੀ ਸੰਸਾਰਾਕਾਰ ਬਿਰਤੀ ਜਿਹੜੀ ਆ ਉਹ ਸਾਧ ਸੰਗਤ ਦੀ ਨਾਸ ਹੋ ਜਾਂਦੀ। ਹਾਂਜੀ, ਭਾਵ ਉਹ ਫਿਰ ਬੁੱਧੀ ਜਿਹੜੀ ਸੰਸਾਰਾਕਾਰ ਬਿਰਤੀ ਇਹ ਕਰ ਨਾਸ ਹੋ ਜਾਂਦੀ। ਜਿਵੇਂ ਦਾਣੇ ਵਿੱਚੋਂ ਦਾਣਾ ਨਹੀਂ ਉੱਗ ਸਕਦਾ, ਇਸੇ ਤਰ੍ਹਾਂ ਫਿਰ ਉਹ ਬ੍ਰਹਮਾਕਾਰ ਬਿਰਤੀ ਹੋ ਜੇ, ਸੰਸਾਰਾਕਾਰ ਬਿਰਤੀ ਫਿਰ ਪੈਦਾ ਨਹੀਂ ਹੋ ਸਕਦੀ। ਮਾੜੇ ਕਰਮਾਂ ਕਰਕੇ ਜੇ ਸੰਸਾਰਾਕਾਰ ਬਿਰਤੀ ਪੈਦਾ ਹੋ ਗਈ ਤੇ ਫਿਰ ਬ੍ਰਹਮਾਕਾਰ ਬਿਰਤੀ ਲੀਨ ਹੋ ਜਾਂਦੀ ਹੈ। ਇਸ ਪ੍ਰਕਾਰ ਜਿਹੜਾ ਗੁਰੂ ਕਹਿ ਰਹੇ ਵੱਖੋ ਵੱਖਰੇ ਪ੍ਰਮਾਣਾਂ ਨਾਲ, ਹੁਣ ਆਪਾਂ ਇੱਥੇ ਜਿਹੜੀ ਸਮਾਪਤੀ ਕਰੀਏ। ਕੱਲ੍ਹ ਜਿਹੜਾ ਹੈ ਆਪਾਂ ਰਹਿੰਦੇ ਜਿਹੜਾ 8ਵਾਂ ਵਿਸਰਾਮ ਚੱਲ ਰਿਹਾ, ਇਹਨੂੰ ਹੌਲੀ ਹੌਲੀ 2-4 ਦਿਨਾਂ ਸਮਾਪਤ ਕਰ ਦੇਣਾ, ਵਿਚਾਰਮਾਲਾ ਗ੍ਰੰਥ। ਇਸੇ ਤਰ੍ਹਾਂ ਹੁਣ ਇੱਥੇ ਸਮਾਪਤੀ ਕਰੀ। ਜੈਸੇ ਪੁੱਜੇ ਅੰਨ ਮੈਂ ਉਦਭਵਤਾ ਪਈ ਸੀਨ, ਤੈਸੇ ਆਤਮਵਾਨ ਕੀ ਭਾਈ ਜਗਤ ਮਤ ਲੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।